किताब विपरण की रीत तो सच दा मार्ग भाग 6वां तीजे कांड दा 8वां भाग सिख रहत मर्यादा ਅਤੇ ਮ੍ਰਿਤਕ ਸੰਸਕਾਰ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਂਦਰੀ ਸਿੱਖ ਰਹਿਤ ਮਰਜ਼ਾਦਾ ਦੇ 21 ਸਫ਼ੇ ਤੇ ਮ੍ਰਿਤਕ ਸੰਸਕਾਰ ਇਸ ਪ੍ਰਕਾਰ ਲਿਖੇ ਹਨ। ਭਾਗੂੜਾ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ 'ਤੇ ਹੋਵੇ ਤਾਂ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ, ਦੀਵਾ ਵੱਟੀ, ਗਊ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਭਾਗ ਐੜਾ ਪ੍ਰਾਣੀ ਦੇ ਦੇਹ ਤਿਆਗਣ 'ਤੇ ਧਾਰ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ। ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਭਾਗ ਈੜੀ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਵੀ ਸੰਸਕਾਰਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਭਾਗ ਸੱਸਾ ਸੰਸਕਾਰਨ ਲਈ ਦਿਨ ਜਾਂ ਰਾਤ ਭਰਮ ਨਹੀਂ ਕਰਨਾ। ਭਾਗ ਹਾਹਾ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਅਤੇ ਕਕਾਰ ਜੁਦਾ ਨਾ ਕੀਤੇ ਜਾਣ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਚੁੱਕ ਕੇ ਸ਼ਮਸ਼ਾਨ ਭੂਮੀ ਵਿੱਚ ਲਿਜਾਇਆ ਜਾਵੇ। ਨਾਲ ਵਿਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਦੀ ਥਾਂ 'ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟ ਕਰਨ ਦਾ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿੱਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਤ 'ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅਗਨੀ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ। ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਘਰ ਆ ਕੇ ਜਾਂ ਲਾਗੇ ਕਿਸੇ ਗੁਰਦੁਆਰੇ ਵਿੱਚ ਪ੍ਰਾਣੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਅਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਇਸ ਪਾਠ ਦੀ ਸਮਾਪਤੀ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੀ ਸੌਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ 'ਤੇ ਕਰਨ ਵਿੱਚ ਘਰ ਵਾਲੇ ਅਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਦੁਸ਼ਹਿਰੇ ਦੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਭਾਗ ਕੱਕਾ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ 'ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਅਸਥਾਨ 'ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। ਭਾਗ ਖੱਖਾ ਅੱਧ ਮਾਰਗ, ਸਿਆਪਾ, ਫੂੜੀ, ਦੀਵਾ, ਕਿਰਿਆ, ਪਿੰਡ, ਸ਼ਰਾਧ, ਬੁੱਢਾ ਮਰਨਾ ਆਦਿ ਮਨਮਤ ਹੈ। ਅੰਗੀਠੇ ਵਿੱਚੋਂ ਫੁੱਲ ਚੁੱਕ ਕੇ ਗੰਗਾ, ਪਤਾਲਪੁਰੀ, ਕੀਰਤਪੁਰ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮਤ ਹੈ। ਹੋਰ ਰੀਤੀਆਂ ਇਹਨਾਂ ਸੰਸਕਾਰਾਂ ਤੋਂ ਛੁੱਟ ਸਮੇਂ-ਸਮੇਂ ਜੋ ਵੀ ਖੁਸ਼ੀ ਗਮੀ ਦਾ ਮੌਕਾ ਆ ਬਣੇ, ਜਿਵੇਂ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਮਦਰਸੇ ਪਾਉਣਾ ਆਦਿ, ਤਾਂ ਸਿੱਖ ਨੂੰ ਚਾਹੀਏ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਅਤੇ ਅਰਦਾਸ ਹੈ। ਸਿੱਖ ਰਹਿਤ ਮਰਜ਼ਾਦਾ ਸਫ਼ਾ 22। ਗੁਰਮਤਿ ਉਪਦੇਸ਼ ਲਿਖਣ ਦੇ ਉਪਰੋਕਤ ਢੰਗ ਵਿੱਚ ਬਿੱਲੀ ਨੂੰ ਰੂੰ ਮਾਰ ਸਕਣ ਦੀ ਖੁੱਲ੍ਹ ਤੋਂ ਹੋਈ ਉਪਦੇਸ਼ ਦੀ ਘੋਰ ਅਵੱਗਿਆ ਦੀ ਸੰਭਾਵਨਾ ਸਪਸ਼ਟ ਹੈ। ਵਿਚਾਰ ਉਂਝ ਤਾਂ ਇਹ ਸਾਰੀ ਮਰਜ਼ਾਦਾ ਹੀ ਗਰੁੜ ਪੁਰਾਣ ਵਾਲੀ ਮਰਜ਼ਾਦਾ ਦਾ ਸੁਧਰਿਆ ਹੋਇਆ ਰੂਪ ਹੈ, ਪਰ 17 ਹਿੱਸਿਆਂ ਵਿੱਚ ਵੰਡਿਆ ਜਾ ਸਕਣ ਵਾਲਾ ਹਾਹਾ ਭਾਗ ਤਾਂ ਵਿਸ਼ੇਸ਼ ਕਰਕੇ ਸਿੱਧੀ ਪ੍ਰੋਤਵਾਦੀ ਬੋਲੀ ਹੀ ਹੈ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਦੀ, ਉਸ ਨੂੰ ਸਵੱਛ ਬਸਤਰ ਪਾਉਣ ਦੀ, ਕੁਕਾਰ ਜੁਦਾ ਨਾ ਕੀਤੇ ਜਾਣ ਦੀ, ਫਿਰ ਤਖਤੇ ਉੱਤੇ ਪਾਉਣ ਦੀ ਅਤੇ ਫਿਰ ਚਲਾਣੇ ਦਾ ਅਰਦਾਸਾ ਸੋਧਿਆ ਜਾਣ ਦੀ ਕਰਮ ਕਿਰਿਆ ਲਿਖਣ ਉਪਰੰਤ ਅਰਥੀ ਚੁੱਕ ਕੇ ਸ਼ਮਸ਼ਾਨ ਭੂਮੀ ਨੂੰ ਜਾਂਦੇ ਸਮੇਂ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤੇ ਜਾਣ ਬਾਰੇ ਲਿਖਣਾ ਪੰਥਕ ਤੌਰ 'ਤੇ ਗੁਰੂ ਬਾਣੀ ਦਾ ਤਿਰਸਕਾਰ ਕਰਨ ਦਾ ਰਾਹ ਖੋਲ੍ਹਿਆ ਦਿਸ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹਾ ਕੋਈ ਸ਼ਬਦ ਨਹੀਂ ਜਿੱਥੇ ਕਿਸੇ ਪਿਆਰੇ ਦੀ ਮੌਤ ਤੋਂ ਬੈਰਾਗੀ ਹੋ ਜਾਣ ਦੇ ਉਪਦੇਸ਼ ਦਾ ਕੋਈ ਸੰਕੇਤ ਮਾਤਰ ਵੀ ਮਿਲਦਾ ਹੋਵੇ।
ਹੁਕਮ ਨੂੰ ਸਦਾ ਹੀ ਖਿੜੇ ਮੱਥੇ ਮੰਨਣਾ ਗੁਰੂ ਉਪਦੇਸ਼ ਹੈ। ਮੌਤ ਹੋ ਜਾਣ 'ਤੇ ਰੋਣਾ ਪਿੱਟਣਾ, ਧਾਹਾਂ ਮਾਰਨੀਆਂ ਅਤੇ ਖਾਸ ਮਿੱਥੇ ਹੋਏ ਦਿਨਾਂ ਲਈ ਸੋਗ ਮਨਾਉਣਾ ਕੇਵਲ ਬ੍ਰਾਹਮਣੀ ਧਰਮ ਗ੍ਰੰਥਾਂ ਦੇ ਹਿੱਸੇ ਦੀ ਗੱਲ ਹੈ। ਖਾਲਸਾ ਪੰਥ ਵੱਲੋਂ ਤਿਆਰ ਕੀਤੀ ਸਿੱਖ ਮਰਜ਼ਾਦਾ ਵਿੱਚ ਜਿਵੇਂ ਦੇ ਅਰਥਾਂ ਵਾਲੇ ਵੈਰਾਗਮਈ ਸ਼ਬਦ ਢੂੰਡ ਕੇ ਉਚਾਰਨ ਦੀ ਗੱਲ ਹੈ, ਅਜਿਹੀ ਭਾਸ਼ਾ ਕੇਵਲ ਵਿਪਰ ਦੇ ਹਿੱਸੇ ਹੀ ਆ ਸਕਦੀ ਸੀ। ਮ੍ਰਿਤਕ ਦੀ ਮੌਤ ਦੇ ਸਮੇਂ ਨੂੰ ਸੁਹਾਵਾ ਬਣਾਉਣ ਲਈ ਗੁਰੂ ਸ਼ਬਦ ਨੂੰ ਵੈਰਾਗਮਈ ਕਹਿ ਕੇ ਵਰਤਣ ਦਾ ਪੰਥਕ ਫੁਰਮਾਨ ਗੁਰਮਤਿ ਦੇ ਅਨੁਕੂਲ ਮੰਨਣ ਲਈ ਦਾਸ ਦਾ ਮਨ ਨਹੀਂ ਮੰਨ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਇੱਕ ਥਾਂ ਵੀ ਵੈਰਾਗ ਸ਼ਬਦ ਉਹਨਾਂ ਅਰਥਾਂ ਵਿੱਚ ਨਹੀਂ ਆਇਆ ਜਿਨ੍ਹਾਂ ਅਰਥਾਂ ਵਾਲੇ ਵੈਰਾਗਮਈ ਸ਼ਬਦ ਚੁਣ ਕੇ ਪੜ੍ਹਨ ਦੀ ਹਦਾਇਤ ਹੈ। ਮਾਇਆ ਮੋਹ ਤੋਂ ਅਤੇ ਬਦੀਆਂ ਤੋਂ ਮਨ ਵਿੱਚ ਉਪਰਾਮਤਾ ਅਤੇ ਪ੍ਰਭੂ ਮਿਲਾਪ ਲਈ ਹਿਰਦੇ ਦੀ ਸਿੱਖ ਨੂੰ ਸਤਿਗੁਰਾਂ ਨੇ ਵੈਰਾਗ ਮੰਨਿਆ ਹੈ। ਕਿਸੇ ਦੀ ਮੌਤ ਸਮੇਂ ਵੈਰਾਗ ਨਹੀਂ ਉਪਜਦਾ, ਸਗੋਂ ਮਨ ਸੋਗਵਾਰ ਹੋ ਜਾਂਦਾ ਹੈ। ਉਸੇ ਸ਼ਬਦ ਗੁਰੂ ਦੀਆਂ ਵੰਡੀਆਂ ਪਾ ਕੇ ਸਮਿਆਂ ਦੀ ਰੌਣਕ ਬਣਾ ਰਹੇ ਹਾਂ। ਜਿਸ ਪਾਵਨ ਸ਼ਬਦ ਗੁਰੂ ਨੂੰ ਦਸ਼ਮੇਸ਼ ਜੀ ਨੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਸਦੀਵੀ ਮਾਲਕ ਬਣਾਇਆ ਅਤੇ ਖਾਲਸਾ ਜੀ ਨੂੰ ਜਿਸ ਦੇ ਲੜ ਲਾਇਆ ਸੀ, ਸਦਾ ਖੇੜੇ ਵਿੱਚ ਰਹਿਣ ਵਾਲੇ ਦਸ਼ਮੇਸ਼ ਜੀ ਦੇ ਦੈਵੀ ਮਨ ਵਿੱਚ ਇਹ ਵਿਚਾਰ ਆ ਹੀ ਨਹੀਂ ਸਕਦੀ ਸੀ ਕਿ ਉਹਨਾਂ ਦਾ ਖਾਲਸਾ ਕਦੇ ਇਹ ਵੀ ਭੁੱਲ ਜਾਵੇਗਾ ਕਿ ਹਰਖ ਸੋਗ ਤੋਂ ਨਿਆਰੇ ਸ਼ਬਦ ਗੁਰੂ ਜੀ ਤਾਂ ਮਨੁੱਖ ਨੂੰ ਦੁੱਖਾਂ ਦਰਦਾਂ ਤੋਂ ਲਾਪਰਵਾਹ ਅਤੇ ਸਦਾ ਆਨੰਦ ਰਹਿਣ ਦੇ ਯੋਗ ਬਣਾ ਰਹੇ ਹਨ। ਸਦਾ ਆਨੰਦ ਨਹੀਂ ਕਿਛ ਸੋਗ, ਦੁੱਖ ਦਰਦ ਨਹਿ ਵਿਆਪੇ ਰੋਗ। ਪੰਨਾ 1149। ਸਦਾ ਆਨੰਦ ਨਾ ਹੋਵੀ ਸੋਗ। ਪੰਨਾ 893। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਪੰਨਾ 275। ਸਦਾ ਆਨੰਦ ਹੋਵੈ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ। ਪੰਨਾ 669। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੈ ਦਿਨ ਰਾਤੀ, ਜੋ ਇੱਛੈ ਸੋਈ ਫਲ ਪਾਏ। ਰਹਾਉ। ਪੰਨਾ 363। ਸੱਚੇ ਹਿਰਦੇ ਤੋਂ ਆਪਣੇ ਸਤਿਗੁਰ ਦੇ ਹੁਕਮ ਅਨੁਸਾਰ ਜੀਵਨ ਢਾਲ ਲੈਣ ਵਾਲਾ ਗੁਰਮੁਖ ਸੱਜਣ ਨਾ ਧੀਆਂ ਪੁੱਤਰਾਂ ਧਨ ਦੌਲਤ ਆਦਿ ਦੇ ਆਉਣ 'ਤੇ ਕੋਈ ਖੁਸ਼ੀ ਮਨਾਉਂਦਾ ਹੈ ਅਤੇ ਨਾ ਹੀ ਉਹ ਅਜਿਹਾ ਸਭ ਕੁਝ ਚਲੇ ਜਾਣ 'ਤੇ ਕਦੇ ਕੋਈ ਸੋਗ ਮੰਨਦਾ ਹੈ। ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੇ ਮਨ ਰੋਗਨੀ। ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਨੀ। ਪੰਨਾ 883। ਆਪਣੇ ਪਾਵਨ ਗੁਰੂ ਸ਼ਬਦ ਨੂੰ ਹਰਖ ਅਤੇ ਸੋਗ ਦੋ ਧੜਿਆਂ ਵਿੱਚ ਵੰਡਣ ਦੀ ਮਰਜ਼ਾਦਾ ਬਣਾਉਣ ਤੋਂ ਸ਼ੰਕਾ ਉਪਜਣਾ ਅਸੰਭਵ ਨਹੀਂ ਹੈ ਕਿ ਕੀ ਖਾਲਸਾ ਪੰਥ ਸੱਚੇ ਹਿਰਦੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦਾ ਹੈ। ਗੁਰਮਤਿ ਦੀ ਕਸਵੱਟੀ 'ਤੇ ਰੱਦ ਹੋ ਜਾਣ ਵਾਲੀ ਸਿੱਖ ਰਹਿਤ ਮਰਜ਼ਾਦਾ ਬਣ ਜਾਣ ਦਾ ਹੀ ਕਾਰਨ ਹੈ ਕਿ ਸਿੱਖਾਂ ਵਿੱਚ ਮਿਰਤਕ ਸੰਸਕਾਰ ਪੁਰੋਹਿਤਵਾਦੀ ਰੀਤਾਂ ਦਾ ਹੀ ਵਟਾਇਆ ਹੋਇਆ ਦੂਜਾ ਰੂਪ ਬਣ ਚੁੱਕਾ ਹੈ। ਗਰੁੜ ਪੁਰਾਣ ਵਿੱਚ ਵੀ 10ਵੇਂ ਦਿਨ ਦੀ ਬੜੀ ਮਹੱਤਤਾ ਹੈ। ਇੱਧਰ ਗੁਰੂ ਪੰਥ ਲਈ ਵੀ 10 ਦਿਨ ਅਤੇ ਦੁਸ਼ਹਿਰਾ ਸਿੱਖ ਰਹਿਤ ਮਰਜ਼ਾਦਾ ਵਿੱਚ ਲਿਖਣਾ ਜ਼ਰੂਰੀ ਬਣ ਗਿਆ। ਅੰਗੀਠਾ ਫੋਲਣ ਦਾ ਜ਼ਿਕਰ ਕਰਨ ਦੀ ਕੀ ਲੋੜ ਸੀ। ਪੰਥ ਨੂੰ ਅੰਗੀਠੇ ਦੀ ਯਾਦ ਆ ਜਾਣ ਨਾਲ ਹੀ ਮੁਰਦੇ ਦੀਆਂ ਹੱਡੀਆਂ ਨੂੰ ਗੰਗਾ ਦੇ ਥਾਂ ਕੀਰਤਪੁਰ ਲੈ ਜਾਣ ਦਾ ਭਰਮ ਸੁਰਜੀਤ ਹੋ ਗਿਆ। ਸੁਣਿਆ ਹੈ ਕਿ ਸ੍ਰੀ ਗੋਇੰਦਵਾਲ ਵਿਖੇ ਨਵੇਂ ਬਣੇ ਹੱਡੋ ਰੋੜੇ ਦਾ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਉਚੇਚੇ ਪੁੱਜ ਕੇ ਆਪਣੇ ਕਰ ਕਮਲਾਂ ਨਾਲ ਕਰਕੇ ਹੱਡੀਆਂ ਨੂੰ ਗੰਗਾ ਵਿੱਚ ਪਾਉਣ ਵਾਲੀ ਹਿੰਦੂ ਰਸਮ ਨੂੰ ਪੱਕੀ ਪੰਥਕ ਮਰਜ਼ਾਦਾ ਬਣਾ ਦੇਣ ਦਾ ਉਪਕਾਰ ਕਰਕੇ ਅਸਥੀਆਂ ਨੂੰ ਉੱਥੇ ਹੀ ਦਬਾ ਦੇਣ ਵਾਲੀ ਪੰਥਕ ਹਦਾਇਤ ਨੂੰ ਰੱਦ ਕਰ ਦਿੱਤਾ ਹੈ। ਜੇ ਇਹ ਸੱਚ ਹੈ ਤਾਂ ਪੰਥਕ ਮਰਜ਼ਾਦਾ ਨੂੰ ਰੱਦੀ ਦਾ ਟੁਕੜਾ ਸਮਝਣ ਵਿੱਚ ਕੀ ਕਸਰ ਰਹਿ ਗਈ। ਮਿਰਤਕ ਦੇਹ ਦੀ ਸੰਭਾਲ ਬਾਰੇ ਗੁਰਮਤ ਮਰਜ਼ਾਦਾ ਸੁਝਾਅ। ਖਰੜਾ ਪਾਸ ਕਰਨ ਵਾਲੇ ਆਗੂ ਸਾਹਿਬਾਨ ਲਗਭਗ ਹੇਠ ਲਿਖੇ ਬਚਨਾਂ ਨਾਲ ਮਿਰਤਕ ਲੋਹ ਦੀ ਸੰਭਾਲ ਦੀ ਹਦਾਇਤ ਮੁਕਾ ਸਕਦੇ ਹਨ। ਮਿੱਟੀ ਪੱਥਰ ਆਦਿ ਬੇਜਾਨ ਮੂਰਤੀ ਅਤੇ ਬੇਜਾਨ ਦੇ ਇੱਕ ਸਮਾਨ ਹੈ ਅਤੇ ਅਜਿਹੇ ਮਿਰਤਕ ਬਾਰੇ ਗੁਰਮਤ ਦਾ ਆਸ਼ਾ ਇਸ ਪ੍ਰਕਾਰ ਹੈ। ਜੇ ਮਿਰਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਨ ਫਲ ਪਾਵੇ। ਜੇ ਮਿਰਤਕ ਕੋ ਬਿਸ਼ਟਾ ਮਾਹੀ ਰੁਲਾਈ, ਤਾਂ ਮਿਰਤਕ ਕਾ ਕਿਆ ਘਟ ਜਾਈ। ਪੰਨਾ 1160। ਪ੍ਰਾਣੀ ਦੀ
ਵਿਛੜ ਕੇ ਜਾ ਚੁੱਕੀ ਆਤਮਾ ਨਾਲ ਅਤੇ ਸਰੀਰ ਨਾਲ ਕਈ ਤਰ੍ਹਾਂ ਦੇ ਸਨੇਹ ਸਤਿਕਾਰ ਵਾਲੇ ਸੰਬੰਧ ਰਹੇ ਹੁੰਦੇ ਹਨ। ਇਸ ਲਈ ਘਰ ਵਾਲੇ ਮ੍ਰਿਤਕ ਸਰੀਰ ਨੂੰ ਲੋੜੀਂਦੇ ਸਤਿਕਾਰ ਨਾਲ ਬਾਹਰ ਕਿਸੇ ਯੋਗ ਥਾਂ 'ਤੇ ਲੈ ਜਾ ਕੇ ਪੰਜਾਂ ਤੱਤਾਂ ਵਿੱਚ ਰਲਾ ਦੇਣ। ਸਾਰੇ ਧਰਮਾਂ ਤੋਂ ਨਿਆਰੇ ਖਾਲਸਾ ਜੀ ਲਈ ਕੋਈ ਪਾਬੰਦੀ ਨਹੀਂ ਹੈ ਕਿ ਉਹ ਮ੍ਰਿਤਕ ਦੇਹ ਨੂੰ ਕਿਸੇ ਖਾਸ ਵਿਧੀ ਨਾਲ ਜਾਂ ਕਿਸੇ ਉਚੇਚੇ ਸਮੇਂ ਦੀ ਪਾਬੰਦੀ ਵਿੱਚ ਰਹਿ ਕੇ ਪੰਜ ਤੱਤਾਂ ਵਿੱਚ ਰਲਾਏ। ਅਗਨੀ ਦੁਆਰਾ ਧਰਤੀ ਵਿੱਚ ਡੂੰਘੀ ਥਾਂ ਦੱਬਣ ਨਾਲ ਜਲ ਪ੍ਰਵਾਹ ਕਰਕੇ ਹੱਸਣ ਪਾ ਦੇਵੇ ਜਾਂ ਹੋਰ ਕੋਈ ਵਿਧੀ ਵਰਤ ਲਵੇ, ਇਹ ਉਸ ਲਾਸ਼ ਦੇ ਵਾਰਸਾਂ ਦੀ ਆਪਣੀ ਮਰਜ਼ੀ ਹੈ। ਸਾਰੇ ਧਰਮਾਂ ਤੋਂ ਨਿਆਰੇ ਖਾਲਸਾ ਜੀ ਹੇਠ ਲਿਖੇ ਗੁਰੂ ਫਰਮਾਨ ਚਾਨਣ ਮੁਨਾਰਾ ਹੋਣੇ ਚਾਹੀਦੇ ਹਨ। ਮਹੱਲਾ ਤੀਜਾ। ਇੱਕ ਦੱਜੈ ਇੱਕ ਦਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਪੰਨਾ 648। ਕਾਇਆ ਬੇਗੂਤੀ ਬਹੁ ਬਿਦ ਭਾਂਤੀ, ਕੋ ਜਾਰੇ ਕੋ ਗੜ ਲੈ ਮਾਟੀ। ਪੰਨਾ 329। ਕਿਉਂਕਿ ਜ਼ਿੰਦਗੀ ਵਿੱਚ ਕੀਤੇ ਚੰਗੇ ਮੰਦੇ ਕਰਮਾਂ ਦਾ ਪ੍ਰਾਣੀ ਨੇ ਆਪ ਹੀ ਭੁਗਤਣਾ ਹੁੰਦਾ ਹੈ, ਇਸ ਲਈ ਉਸ ਦੇ ਨਿਮਿਤ ਕੋਈ ਵੀ ਧਰਮ ਕਰਮ ਕਰਨਾ ਜਾਂ ਦਾਨ ਪੁੰਨ ਦੇਣੇ ਆਦਿ ਸਭ ਨਿਸਫਲ ਹਨ। ਅਵਲ ਤਾਂ ਹਰ ਇੱਕ ਗੁਰਸਿੱਖ ਦੇ ਘਰ ਗੁਰਬਾਣੀ ਦਾ ਪਾਠ ਸਦਾ ਹੀ ਜਾਰੀ ਰਹਿਣ ਦੀ ਮਰਜ਼ਾਦਾ ਚਾਹੀਦੀ ਹੈ। ਜੇ ਅਜੇ ਢਿੱਲ ਹੈ ਤਾਂ ਮ੍ਰਿਤਕ ਦੀ ਲਾਸ਼ ਨੂੰ ਬਿਲੇ ਲਾਉਣ ਉਪਰੰਤ ਵਿਛੋੜੇ ਕਾਰਨ ਦਰਵੇ ਮਨ ਨੂੰ ਗੁਰਬਾਣੀ ਨਾਲ ਜੋੜੋ। ਆਪਣੇ ਪਿਆਰੇ ਦੀ ਮੌਤ ਦਾ ਦੁੱਖ ਵੇਖ ਕੇ ਸ਼ਾਇਦ ਇਹ ਦਰਵਿਆ ਹੋਇਆ ਸੋਗਵਾਰ ਮਨ ਪ੍ਰਭੂ ਚਰਨਾਂ ਨਾਲ ਪੱਕੀ ਪ੍ਰੀਤ ਬਣਾ ਬੈਠੇ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਅਨੁਸਾਰ। ਹੁਕਮ ਵਿੱਚ ਰਾਜੀ ਰਹਿਣ ਵਾਲਾ ਗੁਰਸਿੱਖ ਰੋਵੇ ਜਾਂ ਤਾਹਾਂ ਮਾਰ ਕੇ ਲੋਕਾਂ ਲਈ ਤਮਾਸ਼ਾ ਨਾ ਬਣੇ। ਸੱਚੇ ਸੱਜਣ ਆਪਣੇ ਸਤਿਗੁਰ ਜੀ ਨਾਲ ਰਲ ਬੈਠ ਵਿਛੋੜੇ ਦੇ ਦੁੱਖ ਨੂੰ ਖੇੜੇ ਵਿੱਚ ਬਦਲ ਲੈਣ ਦਾ ਯਤਨ ਕਰਨਾ ਚਾਹੀਦਾ ਹੈ। ਸੰਸਕਾਰ ਲਫ਼ਜ਼ ਵਰਤਣ ਤੋਂ ਬਿਨਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਲਈ ਬਸ ਇੰਨੀ ਹੀ ਹੋਣੀ ਚਾਹੀਦੀ ਹੈ ਮ੍ਰਿਤਕ ਦੀ ਸੰਭਾਲ ਦੀ ਮਰਜ਼ਾਦਾ। ਸਦੀਵੀ ਸੱਚ ਨਾਲ ਜੋੜਨ ਦੀ ਕਾਰ ਦੀ ਸੋਝੀ ਕਰਾਉਣ ਆਏ ਗੁਰੂ ਨਾਨਕ ਸਾਹਿਬ ਜੀ ਦਾ ਅਜਿਹੇ ਕਿਸੇ ਵੀ ਵਿਧੀ ਵਿਧਾਨ ਨਾਲ ਕੋਈ ਵਾਸਤਾ ਨਹੀਂ ਹੈ ਜੋ ਸਰੀਰਕ ਤੌਰ 'ਤੇ ਸਦਾ ਇੱਕ ਸਾਰ ਨਾਲ ਨਿਭ ਸਕਦਾ ਹੋਵੇ। ਦੇਸ਼ ਦੀ ਵੰਡ ਸਮੇਂ ਧਰਮ ਜਨੂਨੀਆਂ ਦੀਆਂ ਤਲਵਾਰਾਂ, ਬਰਸ਼ੀਆਂ, ਕੁਹਾੜੀਆਂ ਨਾਲ ਅਥਵਾ ਗੋਲੀਆਂ ਨਾਲ ਕਤਲ ਕੀਤੇ ਜਾ ਰਹੇ ਆਪਣੇ ਪਰਿਵਾਰ ਦੀ ਅਤੇ ਆਪਣੇ ਬਿਰਧ ਮਾਤਾ ਪਿਤਾ ਦੀ ਸਾਰ ਉਹਨਾਂ ਦੇ 5-5 ਅਥਵਾ 8-8 ਜਵਾਨ ਪੁੱਤਰਾਂ ਨੇ ਨਹੀਂ ਸੀ ਲਈ। ਜਾਨ ਬਚਾਉਣ ਲਈ ਦੌੜੇ ਫਿਰਦੇ ਬੇਮੁਹਾਰੇ ਹਜ਼ੂਮ ਇੱਕ ਦੂਜੇ ਨਾਲੋਂ ਅੱਗੇ ਲੰਘ ਜਾਣ ਦੇ ਫਿਕਰ ਵਿੱਚ ਤਰਲੇ ਲੈ ਰਹੇ ਸਨ। ਉਹਨਾਂ ਦੇ ਪਿਆਰੇ ਮ੍ਰਿਤਕ ਸੰਬੰਧੀਆਂ ਦੀਆਂ ਲੋਥਾਂ ਨੂੰ ਅਥਵਾ ਜ਼ਖਮੀ ਪਏ ਪਾਣੀ ਦੇ ਘੁੱਟ ਲਈ ਸਹਿਕਦੇ ਮਰਨਾਊ ਸਰੀਰਾਂ ਨੂੰ ਕਾਵਾਂ ਕੁੱਤਿਆਂ ਨੇ ਖਾਧਾ। ਵਿਸ਼ਵ ਜੰਗ ਸਮੇਂ ਕਰੋੜਾਂ ਮਰਨ ਵਾਲਿਆਂ ਦਾ ਮ੍ਰਿਤਕ ਸੰਸਕਾਰ ਕਿਹਨਾਂ ਕੀਤਾ ਸੀ? ਕਿਹਨਾਂ ਕੀਤੇ ਉਹਨਾਂ ਨਿਮਿਤ ਪਾਠ ਅਤੇ ਦਾਨ ਪੁੰਨ? ਕਿਹਨਾਂ ਨੇ ਫੋਲੇ ਉਹਨਾਂ ਦੇ ਅੰਗੀਠੇ ਅਤੇ ਕਿਹਨਾਂ ਚੁਣੇ ਅਥਵਾ ਸੰਭਾਲੇ ਉਹਨਾਂ ਦੇ ਫੁੱਲ? ਸੋ ਕਿਸੇ ਵੀ ਅਜਿਹੀ ਕਰਮਕਾਂਡੀ ਮਰਜ਼ਾਦਾ ਜਾਂ ਵਿਧੀ ਵਿਧਾਨ ਨੂੰ ਧਰਮ ਦਾ ਅੰਗ ਮੰਨ ਲੈਣਾ ਧਰਮ ਨੂੰ ਹਾਸੋਹੀਣਾ ਬਣਾਉਣਾ ਹੁੰਦਾ ਹੈ। ਰਹਿਤ ਮਰਜ਼ਾਦਾ ਦੇ 22 ਸਫ਼ੇ ਦੀਆਂ ਅੰਤਲੀਆਂ ਸਤਰਾਂ ਵਿੱਚ 4 ਹੋਰ ਰੀਤੀਆਂ ਦਾ ਵੇਰਵਾ ਇਸ ਪ੍ਰਕਾਰ ਲਿਖਿਆ ਹੈ। ਇਨ੍ਹਾਂ ਸੰਸਕਾਰਾਂ ਤੋਂ ਛੁੱਟ ਸਮੇਂ-ਸਮੇਂ ਜੋ ਖੁਸ਼ੀ ਗਮੀ ਦਾ ਮੌਕਾ ਆ ਬਣੇ, ਜਿਵੇਂ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਮਦਰਸੇ ਪਾਉਣਾ ਆਦਿ, ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾਂ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸ ਹੈ। ਇਹ ਸਭ ਕੁਝ ਲਿਖਣ ਤੋਂ ਸਾਡਾ ਮੰਤਵ ਇਹ ਹੈ ਕਿ ਪਾਠਕ ਸੱਜਣ ਬ੍ਰਾਹਮਣੀ ਕਿਰਿਆ ਕਰਮ ਦੀ ਮਰਜ਼ਾਦਾ ਦੀ ਅਸਲੀਅਤ ਤੋਂ ਅਤੇ ਸਿੱਖ ਰਹਿਤ ਮਰਜ਼ਾਦਾ ਤੋਂ ਜਾਣੂ ਹੋ ਕੇ ਆਪਣੇ ਅੰਦਰ ਝਾਤੀ ਮਾਰ ਕੇ ਆਪਣਾ ਆਪਾ ਪਰਖਣ ਕਿ ਕੀ ਅਸੀਂ ਕਿਸੇ ਪੱਖੋਂ ਫੋਕਟ ਕਰਮਕਾਂਡਾਂ ਵਿੱਚ ਤਾਂ ਨਹੀਂ ਫਸ ਚੁੱਕੇ ਹੋਏ। ਅਗਲੇ ਸਫ਼ਿਆਂ 'ਤੇ ਕੀਤੀ ਜਾ ਰਹੀ ਗੁਰਬਾਣੀ ਵਿਚਾਰ ਨੂੰ ਸਮਝਣ ਲਈ ਇਸ ਪਿਛੋਕੜ ਦੇ ਹਰ ਪੱਖ ਨੂੰ ਸਮਝਣਾ ਜ਼ਰੂਰੀ ਸੀ। ਇਸੇ ਲਈ ਸੁਆਮੀ ਰਾਮ ਤੀਰਥ ਜੀ ਦੇ ਵਿਚਾਰ ਅਤੇ ਸਿੱਖ ਰਹਿਤ ਮਰਜ਼ਾਦਾ ਵਿਚਲੇ ਮ੍ਰਿਤਕ ਸੰਸਕਾਰ ਨਾਲ ਹੀ ਲਿਖੇ ਗਏ ਹਨ। ਗੁਰਬਾਣੀ ਦੀ ਵਿਚਾਰ ਤੋਂ ਅਸੀਂ ਇਹ ਪਰਖ ਵੀ ਕਰਨੀ ਹੈ ਕਿ ਕੀ ਸਿੱਖ ਰਹਿਤ ਮਰਜ਼ਾਦਾ ਵਿਪਰਨ ਕੀ ਰੀਤ ਦੇ ਪਰਛਾਵੇਂ ਤੋਂ ਪੂਰੀ ਤਰ੍ਹਾਂ ਮੁਕਤ ਵੀ ਹੈ। ਜਿਨ੍ਹਾਂ ਵਿਡਭਾਗੀਆਂ ਨੇ ਆਪਣੀ ਮੱਤ 'ਤੇ ਆ ਕੇ
ਗੁਰੂ ਨਾਨਕ ਸਾਹਿਬ ਜੀ ਦੀ ਮੱਤ ਨੂੰ ਗ੍ਰਹਿਣ ਕੀਤਾ, ਉਹਨਾਂ ਦੇ ਅੰਦਰ ਬਣੇ ਪਹਿਲੇ ਸੰਸਕਾਰਾਂ ਤੇ ਗੁਰਦੇਵ ਜੀ ਦਾ ਗਿਆਨ ਭਾਰੂ ਹੋ ਗਿਆ। ਉਹਨਾਂ ਤੋਂ ਗੁਰਮਤਿ ਗਿਆਨ ਦੀ ਆਭਾ ਡਲਕਾਂ ਮਾਰਨ ਲੱਗ ਪਈ। ਉਹ ਮਰਜੀਵੜੇ ਹੋ ਕੇ ਕਰਮਕਾਂਡੀ ਬੰਧਨਾਂ ਤੋਂ ਮੁਕਤ ਹੋ ਗਏ। ਉਹਨਾਂ ਦੇ ਲੂੰ ਲੂੰ ਵਿੱਚੋਂ ਇਹੀ ਧੁਨ ਸੁਣੀਦੀ ਸੀ, ਤੈਂਡੀ ਬੰਦਸ਼ ਮੈਂ ਕੋਏ ਨਾ, ਡਿੱਠਾ ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਪੰਨਾ 964। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 6ਵਾਂ, ਤੀਜੇ ਕਾਂਡ ਦਾ 8ਵਾਂ ਭਾਗ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।